ਲੁਧਿਆਣਾ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਜਸਪ੍ਰੀਤ ਕੌਰ ਤੇ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ। ਖੰਨਾ ਵਿਖੇ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਤੇ ਨੌਜਵਾਨਾਂ ਨੇ ਸਿਵਲ ਹਸਪਤਾਲ ਚਲਾਇਆ ਧਰਨਾ। ਜਗਰਾਉਂ ਵਿਖੇ ਵੀ ਨੌਜਵਾਨਾਂ ਨੇ ਧਰਨਾ ਲਾ ਕੇ ਟ੍ਰੈਫਿਕ ਕੀਤਾ ਜਾਮ। ਨੌਜਵਾਨਾਂ ਨੇ ਸਿਹਤ ਵਿਭਾਗ ਦੇ ਅਮਲੇ ਤੇ ਦਵਾਈਆਂ ਬਾਹਰ ਮਹਿੰਗੇ ਭਾਅ ਤੇ ਵੇਚਣ ਦੇ ਲਾਏ ਇਲਜ਼ਾਮ। ਸਿਹਤ ਮਹਿਕਮੇ ਨੇ ਹੜਤਾਲ ਦੱਸਿਆ ਦਵਾਈਆਂ ਨਾ ਦੇਣ ਦਾ ਕਾਰਨ। ਢਾਈ ਸਾਲਾ ਬੱਚੀ ਦਿਲਰੋਜ਼ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ। ਗੁਰਦੁਆਰਾ ਸ਼੍ਰੀ ਗਊ ਘਾਟ ਸਾਹਿਬ ਤੋਂ ਲੈ ਕੇ ਡਿਵੀਜ਼ਨ ਨੰਬਰ 3 ਤੱਕ ਕੱਢਿਆ ਗਿਆ ਕੈਂਡਲ ਮਾਰਚ। ਬੱਚੀ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ। ਪੰਜਾਬੀ ਅਦਾਕਾਰ ਸਤਨਾਮ ਸਿੰਘ ਧਾਲੀਵਾਲ ਦੀ ਲੋਕਾਂ ਨੂੰ ਸੌਗਾਤ। ਜਗਰਾਉਂ ਵਿਖੇ ਮਹਿਲਾਵਾਂ ਦੇ ਲਈ ਖੋਲਿਆ ਜਿਮ ਤੇ ਸੈਲੂਨ। ਕਿਹਾ ਔਰਤਾਂ ਨੂੰ ਤਿਆਰ ਹੋਣ ਦੇ ਲਈ ਨਹੀਂ ਕਿਤੇ ਹੋਰ ਜਾਣ ਦੀ ਲੋੜ। ਕੁੰਦਨ ਵਿਦਿਆ ਮੰਦਿਰ ਦੇ ਵਿੱਚ ਮਨਾਇਆ ਗਿਆ ਵਿਜੇ ਸ਼੍ਰਿੰਖਲਾ ਦਿਵਸ। 1971 ਜੰਗ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ। ਸ਼ਹੀਦਾਂ ਦੇ ਰਿਸ਼ਤੇਦਾਰਾਂ ਨੂੰ ਕੀਤਾ ਗਿਆ ਸਨਮਾਨਿਤ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖੰਨਾ ਦੇ ਸਿਵਲ ਹਸਪਤਾਲ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਸਟਾਫ ਦੀ ਹੜਤਾਲ ਦੇ ਕਾਰਨ ਨਸ਼ਾ ਛੱਡਣ ਵਾਲੀ ਦਵਾਈ ਨਹੀਂ ਮਿਲੀ ਹੈ, ਜਿਸ ਤੋਂ ਨਾਰਾਜ਼ ਹੋ ਕੇ ਕੁਝ ਵਿਅਕਤੀਆਂ ਦੇ ਵੱਲੋਂ ਹਸਪਤਾਲ ਦੇ ਅੰਦਰ ਧਰਨਾ ਲਗਾ ਦਿੱਤਾ ਗਿਆ। ਤੇ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਤੇ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਵਿਅਕਤੀਆਂ ਦਾ ਕਹਿਣਾ ਸੀ ਕਿ ਹੜਤਾਲ ਦੇ ਕਾਰਨ ਉਹਨਾਂ ਨੂੰ ਦਵਾਈ ਨਹੀਂ ਮਿਲ ਰਹੀ, ਜਿਸ ਕਾਰਨ ਉਹਨਾਂ ਨੂੰ ਕਾਫੀ ਹੀ ਖੱਜਲ ਖੁਆਰ ਹੋਣਾ ਪੈ ਰਿਹਾ। ਤੇ ਉਹਨਾਂ ਕਿਹਾ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਮਹਿੰਗੀ ਦਵਾਈ ਮਿਲਦੀ ਹੈ ਤੇ ਉਧਰ ਦੂਜੇ ਪਾਸੇ ਜਗਰਾਉਂ ਵਿਖੇ ਵੀ ਨਸ਼ਾ ਛੱਡਣ ਵਾਲੀ ਦਵਾਈ ਨਾ ਮਿਲਣ ਕਰਕੇ ਨੌਜਵਾਨਾਂ ਨੇ ਪੁਲ ਤੇ ਧਰਨਾ ਲਗਾ ਕੇ ਟ੍ਰੈਫਿਕ ਜਾਮ ਕਰ ਦਿੱਤਾ। ਤੇ ਇੰਨਾ ਹੀ ਨਹੀਂ, ਨੌਜਵਾਨਾਂ ਨੇ ਓਟ ਸੈਂਟਰ ਦੇ ਮੁਲਾਜ਼ਮਾਂ ਤੇ ਗੋਲੀਆਂ ਬਾਰੋ-ਬਾਰ ਮਹਿੰਗੇ ਭਾਅ ਤੇ ਵੇਚਣ ਦੇ ਵੀ ਇਲਜ਼ਾਮ ਲਗਾਏ ਨੇ। ਤੇ ਜਦਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਚਲਦੀ ਆਪਣੀ ਹੜਤਾਲ ਦੇ ਕਾਰਨ ਦਵਾਈ ਨਾ ਦੇਣ ਦੀ ਗੱਲ ਆਖੀ ਹੈ। ਬਹੁਤ ਤੰਗ ਆਏ ਦੇਖ ਲਓ, ਅਸੀਂ ਹਫਤੇ ਦੀ ਦਵਾਈ ਦਿੰਦੇ ਆ, ਇੱਥੇ ਇਕੱਠੀ ਦਵਾਈ ਦਿੰਦੇ ਆ, ਕਿਸੇ ਨੂੰ ਡੇਲੀ ਦਿੰਦੇ ਆ। ਜਿਹੜੇ ਨਵੇਂ ਬੰਦੇ ਲਾਉਂਦੇ ਆ, ਜਿਹੜੇ ਪੁਰਾਣੇ ਆ ਜਿਵੇਂ ਕਹਿ ਦਿੰਦੇ ਵੀ ਨਸ਼ਾ ਛੱਡੋ ਮਰੀਜ਼ ਕਹਿ ਦਿੰਦੇ ਆ, ਇਹ ਸਾਰੇ ਮਰੀਜ਼ ਆ, ਠੀਕ ਹੈ ਨਾ। ਸਿੱਧੀ ਗੱਲ ਇਹ ਸਾਰੇ ਮਰੀਜ਼ ਆ, ਇਹ ਨਸ਼ਾ ਛਡਾਉਣ ਦੀ ਦਵਾਈ ਲੈਂਦੇ ਆ। ਸਰਕਾਰ ਨੇ ਜੋ ਇਹਨਾਂ ਨੂੰ ਅਲਾਉ ਕੀਤਾ ਵੀ ਤੁਸੀਂ ਨਸ਼ਾ ਛੱਡੋ ਤੇ ਆਪਦੀ ਦਵਾਈ ਲਓ, ਇਹਨਾਂ ਨੂੰ ਦਵਾਈ ਇਸ ਟਾਈਮ ਹੁਣ ਬੰਦ ਕਰਤਾ ਸਰਕਾਰ ਨੇ। ਇਹਨਾਂ ਨੇ ਮੁਲਾਜ਼ਮਾਂ ਨੇ ਵੀ ਸਾਡੀ ਅਨਮਿੱਤ ਸਮੇਂ ਦੀ ਹੜਤਾਲ ਆ, ਅਸੀਂ ਕਿਸੇ ਨੇ ਅਜੇ ਤੱਕ ਦਵਾਈ ਨਹੀਂ ਦਿੱਤੀ ਆ। ਬੰਦੇ ਬੈਠੇ ਆ, ਮੈਂ ਆਨਾ ਜੀ ਹਫ਼ਤੇ ਬਾਅਦ ਦਵਾਈ ਲੈ ਕੇ ਜਾਂਦਾ, ਇਕੱਠੀ ਦਵਾਈ ਦਿੰਦੇ ਆ। ਲੋਕਡਾਊਨ ਦੇ ਵਿੱਚ ਵੀ ਸਾਰੇ ਇਕੱਠੀ ਦਵਾਈ ਦਿੰਦੇ ਰਹੇ। ਅੱਜ ਤਾਂ ਕਰਕੇ ਆਪਣੇ ਨਾ ਜੀ ਪੂਰੇ ਪੰਜਾਬ 'ਚ ਪੱਧਰੀ ਤੌਰ 'ਤੇ ਆਪਣੇ ਓਟ ਸੈਂਟਰ 'ਚ ਹੜਤਾਲ ਹੈ ਜੀ। ਉਹ ਹੜਤਾਲ ਤਾਂ ਕਰਕੇ ਜੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਜੀ। ਤੇ ਇਸ ਲਈ ਸਾਰਿਆਂ ਨੇ ਪੂਰੇ ਪੰਜਾਬ 'ਚ ਹੜਤਾਲ ਕੀਤੀ ਜੀ। ਤੇ ਉਸ ਕਰਕੇ ਸਿਰਫ ਅੱਜ ਹੀ ਨਹੀਂ ਮਿਲ ਰਹੀ ਕਿ ਕੱਲ ਵੀ ਨਹੀਂ ਮਿਲੀ ਸੀ? ਕੱਲ ਮਿਲੀ ਸੀ। ਅੱਛਾ ਜੀ। ਹਾਂਜੀ। ਤੇ ਮਤਲਬ ਹੁਣ ਕੱਲ ਨੂੰ ਫਿਰ ਮਿਲੂਗੀ? ਕੱਲ ਹੁਣ ਜੀ 2 ਵਜੇ ਤੋਂ ਬਾਅਦ ਪਤਾ ਲੱਗੂਗਾ। ਰਾਏਕੋਟ ਸ਼ਹਿਰ ਦੇ ਵਿੱਚ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ। ਐਤਵਾਰ ਰਾਤ ਵੀ ਕੁਝ ਚੋਰਾਂ ਦੇ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਕਿ ਚੋਰ ਇੱਕ ਮਕਾਨ ਦੇ ਤਾਲੇ ਤੋੜ ਕੇ ਨਕਦੀ, ਸੋਨੇ ਦੇ ਗਹਿਣੇ ਤੇ ਇਸ ਦੇ ਨਾਲ ਹੀ ਇੱਕ ਨਵੀਂ ਸਕੂਟਰੀ ਲੈ ਕੇ ਫਰਾਰ ਹੋ ਗਏ ਨੇ। ਤੇ ਪੀੜਤ ਮਕਾਨ ਮਾਲਕ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਰਿਸ਼ਤੇਦਾਰੀ ਦੇ ਵਿੱਚ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਸੀ, ਜਦਕਿ ਉਹ ਆਪਣੀ ਦੁਕਾਨ ਤੇ ਸੀ। ਤੇ ਜਦ ਉਹ ਕੰਮ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਕਮਰਿਆਂ ਦੇ ਵਿੱਚ ਸਮਾਨ ਵੀ ਚਾਰੇ ਪਾਸੇ ਖਿਲਰਿਆ ਹੋਇਆ ਸੀ। ਤੇ ਉਸਨੇ ਦੱਸਿਆ ਕਿ ਚੋਰਾਂ ਨੇ 50 ਤੋਂ 60 ਹਜ਼ਾਰ ਦੀ ਨਕਦੀ, 2 ਤੋਂ 3 ਤੋਲੇ ਸੋਨੇ ਦੇ ਗਹਿਣੇ ਤੇ ਹੋਰ ਵੀ ਕਈ ਕੀਮਤੀ ਸਮਾਨ ਚੋਰੀ ਕੀਤਾ। ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਚੋਰ ਇੱਕ ਨਵੀਂ ਸਕੂਟਰੀ ਲੈ ਕੇ ਫਰਾਰ ਹੋ ਗਏ ਨੇ। ਤੇ ਉਧਰ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕਰਦਿਆਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਕੀ ਨਾਮ ਆ ਤੁਹਾਡਾ ਜੀ? ਜਗਤਾਰ ਸਿੰਘ ਜੀ। ਹਾਂਜੀ, ਕੀ ਗੱਲ ਹੋਈ ਹੈ? ਅਸੀਂ ਜੀ ਸਾਡੇ ਵਿਆਹ ਦਾ ਪ੍ਰੋਗਰਾਮ ਸੀਗਾ, ਰਾਤ ਨੂੰ ਜਾਗੋ ਤੇ ਅਸੀਂ ਚਲੇ ਗਏ ਤੇ 8 8:30 ਵਜੇ ਜਦੋਂ ਮੈਂ ਵਾਪਸ ਆਇਆ ਤਾਂ ਸਾਡੇ ਘਰ ਵਿੱਚ ਚੋਰੀ ਹੋ ਚੁੱਕੀ ਸੀਗੀ।
ਤੇ 7 ਤੋਂ 8 ਵਜੇ ਦੇ ਵਿਚਾਲੇ ਚੋਰ ਸਾਡਾ ਕੀਮਤੀ ਸਮਾਨ ਲਵਾਰੀਆਂ ਦੇ ਵਿੱਚੋਂ ਸੋਨਾ ਨਗਦੀ ਲੈ ਗਏ। ਬਾਹਰ ਐਕਟਿਵਾ ਨਵੀਂ ਲਈ ਵੀ ਸੀਗੀ, ਉਹ ਵੀ ਲੈ ਕੇ ਫਰਾਰ ਹੋ ਗਏ ਜੀ। ਕੋਈ ਪਤਾ ਲੱਗਦਾ ਵੀ ਕਿੱਧਰੋਂ ਆਏ ਸੀ ਚੋਰ? ਇਹ ਸਾਡੇ ਮਗਰਲੇ ਗੇਟ ਦਾ ਜਿੰਦਾ ਭੰਨ ਕੇ ਜੀ ਉਧਰੋਂ ਆਏ ਸੀਗੇ ਜੀ। ਇਸ ਸੰਬੰਧੀ ਤੁਸੀਂ ਥਾਣਾ ਸਿਟੀ ਨੂੰ ਰਿਪੋਰਟ ਕੀਤੀ ਹੈ? ਹਾਂਜੀ, ਅਸੀਂ ਥਾਣਾ ਸਿਟੀ ਰਿਪੋਰਟ ਕੀਤੀ ਜੀ। ਥਾਣੇਦਾਰ ਸਾਹਿਬ ਤੇ ਹੋਰ ਮੁਲਾਜ਼ਮ ਆ ਗਏ ਸੀਗੇ, ਉਹਨਾਂ ਨੇ ਸਾਰੀ ਕਾਰਵਾਈ ਕਰਕੇ ਆਪਦੀ ਕੀਤੀ ਹੈ ਜੀ ਕਾਰਵਾਈ। ਤੁਸੀਂ ਕੀ ਮੰਗ ਕਰਦੇ ਹੋ ਜੀ? ਅਸੀਂ ਮੰਗ ਕਰਦੇ ਹਾਂ ਜੀ, ਸਾਨੂੰ ਜੋ ਸਾਡਾ ਸਮਾਨ ਚੋਰੀ ਹੋਇਆ ਤੇ ਚੋਰ ਫੜੇ ਜਾਣ, ਜਿਹੜੇ ਕੈਮਰੇ ਲੱਗੇ ਆ ਉਹ ਦੇਖ ਕੇ ਉਹਨਾਂ 'ਚ ਤਫਤੀਸ਼ ਕੀਤੀ ਜਾਵੇ। ਲਗਭਗ ਕਿੰਨੀ ਕੁ ਚੋਰੀ ਹੋਈ ਆ? ਸਾਡੀ ਜੀ ਇੱਕ ਐਕਟਿਵਾ ਸੀਗੀ, 50-60 ਹਜ਼ਾਰ ਰੁਪਇਆ ਨਗਦੀ ਸੀਗਾ ਤੇ 2-3 ਤੋਲੇ ਸੋਨੇ ਦੇ ਸੀਗੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਬਰਨਾਲਾ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਮਹਿਲਾ ਦਾ ਦੋਸ਼ ਹੈ ਕਿ ਉਹ 2.5 ਦਿਨ ਕਿਰਾਏ ਦੇ ਮਕਾਨ ਤੇ ਰਹੀ ਤੇ ਜਦ ਉਹ ਬਾਹਰ ਗਈ ਤਾਂ ਮਕਾਨ ਮਾਲਕ ਦੇ ਵੱਲੋਂ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਲ ਮਿਲ ਕੇ ਉਸ ਦਾ ਸਮਾਨ ਚੋਰੀ ਕਰ ਲਿਆ ਗਿਆ ਤੇ ਉਹਨਾਂ ਕਿਹਾ ਕਿ ਬੇहद ਮੁਸ਼ੱਕਤ ਤੋਂ ਬਾਅਦ ਉਸ ਦਾ ਕੁਝ ਸਮਾਨ ਤਾਂ ਵਾਪਸ ਮਿਲ ਗਿਆ, ਪਰ ਅਜੇ ਵੀ 24,000 ਦਾ ਸਮਾਨ ਦੀ ਰਿਕਵਰੀ ਨਹੀਂ ਹੋ ਸਕੀ ਹੈ। ਤੇ ਇਸ ਤੋਂ ਇਲਾਵਾ ਕੀ ਕੁਝ ਕਿਹਾ ਇਸ ਮਹਿਲਾ ਨੇ, ਤੁਸੀਂ ਵੀ ਸੁਣੋ। ਅਸੀਂ ਖੜੇ ਹਾਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ, ਜਿੱਥੇ ਕਿ ਇੱਕ ਲੇਡੀਜ਼ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਤੁਸੀਂ ਦੇਖ ਰਹੇ ਹੋ ਜਿੱਥੇ ਉਹਨਾਂ ਨੇ ਲਿਖਿਆ ਹੋਇਆ ਐਜੀਟੇਸ਼ਨ ਕੀਤਾ ਜਾ ਰਿਹਾ ਪੀਏਯੂ ਪੁਲਿਸ ਦੇ ਖਿਲਾਫ। ਉਹਨਾਂ ਵੱਲੋਂ ਕੁਝ ਕੰਪਲੇਂਟ ਲਿਖਾਈ ਗਈ ਸੀਗੀ। ਮਾਮਲਾ ਜੇਕਰ ਦੇਖਿਆ ਜਾਵੇ ਤੇ ਸੁਣਨ 'ਚ ਛੋਟਾ ਵੀ ਲੱਗਦਾ, ਲੇਕਿਨ ਕਿਤੇ ਨਾ ਕਿਤੇ ਇਹਨਾਂ ਦਾ ਹੀ ਹੈਗਾ ਡਿਮਾਂਡ ਵੀ ਜਿਹੜਾ ਹੈਗਾ ਕਾਨੂੰਨ ਇਨਸਾਫ ਮਿਲਣਾ ਚਾਹੀਦਾ। ਇਕੱਲੀ ਲੇਡੀਜ਼ ਹੈਗੀ ਗੱਲ ਕਰਾਂਗੇ, ਇਹ ਹਾਲੇ ਤੱਕ FIR ਨਹੀਂ ਹੋਈ। 29/7 ਤੋਂ ਇਹਨਾਂ ਨੇ ਕੰਪਲੇਂਟ ਦਿੱਤੀ ਹੋਈ ਆ ਤੇ UID ਨੰਬਰ ਇਹਨਾਂ ਦੇ ਕੋਲ ਹੈਗਾ, ਪਰ ਹਾਲੇ ਤੱਕ ਕਾਰਵਾਈ। ਕੀ ਨਾਮ ਆ ਤੁਹਾਡਾ ਜੀ? ਕੀ ਇਹ ਡਿਮਾਂਡ ਕਰਦੇ ਹੋ? ਅੱਜ ਕਿਉਂ ਇੱਥੇ ਬੈਠੇ? सर मेरा नाम मनिंदर है, मैं बेसिकली बरनाला तो है। तो सर मेरा समान 2.5 दिन मैं अपने मकान मालिक के घरे रही। ਉਹ ਜਿਹੜਾ ਕੇਸ ਹੈਗਾ SI ਮਿਸ ਕੁਲਜੀਤ ਕੌਰ ਨੂੰ ਹੈਂਡਲ ਕਰਦੇ ਨੇ। ਮੈਮ ਮੈਨੂੰ ਮੇਰਾ ਕੁਝ ਸਮਾਨ ਮੈਮ ਨੇ ਦਿਲਵਾ ਦਿੱਤਾ, ਲੇਕਿਨ ਉਹਦੇ ਵਿੱਚੋਂ ਕਾਫੀ ਸਮਾਨ ਹੈ ਜਿਹੜਾ ਉਹ ਗਾਇਬ ਸੀਗਾ। ਕਿੰਨੇ ਕੁ ਦਾ ਸਮਾਨ ਹੈ ਜਿਹੜਾ ਗਾਇਬ ਸੀਗਾ? ਕੀ ਡਿਮਾਂਡ ਕਰਦੇ ਹੋ? ਕਿ 24,000 ਰੁਪਏ ਦਾ ਸਮਾਨ ਹੈ ਜਿਹੜਾ ਮੇਰਾ ਗਾਇਬ ਸੀਗਾ ਤੇ ਮੇਰੀ ਡਿਮਾਂਡ ਤੇ ਮੈਂ ਉਸੇ ਦਿਨ ਅਗਲੇ ਹੀ ਦਿਨ ਮੈਂ ਇਹ ਜਿਹੜੀ ਕੰਪਲੇਂਟ ਹੈ ਜਿਹੜੀ ਦੇ ਦਿੱਤੀ ਸੀਗੀ ਤੇ मेरी डिमांड सिर्फ तो सिर्फ इन्नी है कि गुनहगारां दे अगेंस्ट क्रिमिनल FIR दर्ज होनी चाहिए। जब मैं सारे दे सारे प्रूफ दे चुकी है। ਬਿਲਕੁਲ ਤੁਸੀਂ ਦੇਖਿਆ ਮਨਿੰਦਰ ਇੱਥੇ ਇਨਸਾਫ ਮੰਗ ਰਹੀ ਹੈ। ਅੱਜ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਅਦ ਇਸਨੇ ਐਜੀਟੇਸ਼ਨ ਸ਼ੁਰੂ ਕੀਤਾ ਹੈਗਾ। ਇਹਨੇ ਕਿਹਾ ਸਿਰਫ ਮਕਾਨ ਮਾਲਕ ਨੇ ਜਿਨ੍ਹਾਂ ਦਾ ਸਮਾਨ ਦੱਬਿਆ ਹੈਗਾ ਤੇ ਦੂਸਰਾ ਜਿਹੜਾ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਉਹਨਾਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਇਹਨੇ ਪਹਿਲਾਂ ਵੀ ਆਏ ਸੀ, ਲੇਕਿਨ ਪਰ ਇਨਸਾਫ ਨਹੀਂ ਮਿਲਿਆ। ਹੁਣ ਇਹਨਾਂ ਨੇ ਕਿਹਾ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਆਪਣਾ ਐਜੀਟੇਸ਼ਨ ਇੱਥੇ ਜਾਰੀ ਰੱਖਣਗੇ। ਲੁਧਿਆਣਾ ਤੋਂ ਕੈਮਰਾ ਪਰਸਨ ਰੋਹਿਤ ਦੇ ਨਾਲ ਤਰਸੇਮ ਪਾ। ਕੁਝ ਦਿਨ ਪਹਿਲਾਂ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਇੱਕ 2.5 ਸਾਲਾ ਮਾਸੂਮ ਬੱਚੀ ਦਿਲਰੋਜ਼ ਦਾ ਉਸਦੀ ਹੀ ਗੁਆਂਢਣ ਦੇ ਵੱਲੋਂ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੋਸ਼ੀ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਗੁਰਦੁਆਰਾ ਸ਼੍ਰੀ ਗਊਘਾਟ ਸਾਹਿਬ ਤੋਂ ਲੈ ਕੇ ਡਿਵੀਜ਼ਨ ਨੰਬਰ 3 ਤੱਕ ਕੈਂਡਲ ਮਾਰਚ ਕੱਢਿਆ ਗਿਆ ਤੇ ਬੱਚੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਅੱਜ ਜੋ ਰੋਸ ਮਾਰਚ ਕੱਢਿਆ ਗਿਆ ਵੈ ਬੇਟੀ ਜੋ ਦਿਲਰੋਜ਼ ਕੌਰ ਉਹਨਾਂ ਦੀ ਸ਼ਾਦੀ ਆਸੇ ਕੱਢਿਆ ਗਿਆ ਵੈ, ਜੋ ਕਿ ਅਸੀਂ ਕਹਿੰਦੇ ਆ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਜੋ ਕਿ ਉਸ ਬੱਚੀ ਨੂੰ ਇਨਸਾਫ ਮਿਲ ਸਕੇ। ਸਰ ਅੱਜ ਦਾ ਰੋਸ ਕਿੱਥੇ ਕੱਢਿਆ ਗਿਆ? ਅੱਜ ਦਾ ਰੋਸ ਮਾਰਚ ਜੋ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਗਊਸ਼ਾਲਾ ਰੋਡ ਤੋਂ ਹੁੰਦਾ ਹੋਇਆ ਡਿਵੀਜ਼ਨ ਨੰਬਰ 3 ਤੱਕ ਸਮਾਪਤ ਕੀਤਾ ਗਿਆ ਵਾ। ਕੁਛ ਵੀ ਨਹੀਂ, ਇਹੀ ਕਿ ਯਾਨੀ ਕਿ ਇਹਨੂੰ ਕਾਤਲ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ। ਜਿਸ ਦੀ ਆਪਦੀ ਬੱਚੀ ਹੁੰਦੀ ਤਾਂ ਇਹਦਾ ਕੀ ਬੀਤਦਾ ਇਹਦੇ ਦਿਲ ਤੇ, ਇਹਨੂੰ ਕਿਹੋ ਜਿਹਾ ਫੀਲ ਹੁੰਦਾ ਜਿਹਨੇ ਕਿਸੇ ਦੀ ਬੱਚੀ ਮਾਰੀ ਹੈ। ਜੇ ਇਹਦੀ ਆਪ ਦੀ ਬੱਚੀ ਨੂੰ ਕੋਈ ਇੱਦਾਂ ਕਰਦਾ ਇਹਨੂੰ ਕੀ ਫੀਲ ਹੁੰਦਾ? ਉਹਦੀ ਆਪ ਦਾ ਇੱਕ ਮੁੰਡਾ ਵੀ ਹੈਗਾ, ਉਹਨੂੰ ਕਰ ਰਹੇ, ਜੇ ਉਹਨੂੰ ਕੋਈ ਕਰੇ ਤਾਂ ਉਹਨੂੰ ਕਿੱਦਾਂ ਦਾ ਲੱਗੂਗਾ? ਮੰਗ ਇਹੀ ਹੈ ਕਿ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ। ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਲਾਡੋਵਾਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਭਾਰਤੀ ਸੰਵਿਧਾਨ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਲਕਾ ਗਿੱਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਵੱਲੋਂ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਹੈ ਤੇ ਉਹਨਾਂ ਸੰਬੋਧਨ ਕਰਦਿਆਂ ਬਾਬਾ ਸਾਹਿਬ ਦੇ ਸੰਘਰਸ਼ ਨੂੰ ਯਾਦ ਕੀਤਾ ਤੇ ਉਹਨਾਂ ਦੀ ਜੀਵਨੀ ਤੇ ਵੀ ਚਾਨਣਾ ਪਾਇਆ। ਲਾਡੋਵਾਲ ਵਿਖੇ ਅੱਜ ਮਾਨਯੋਗ MLA ਕੁਲਦੀਪ ਸਿੰਘ ਵੈਦ ਨੇ ਭਾਰਤੀ ਸੰਵਿਧਾਨ ਸਟੱਡੀ ਸੈਂਟਰ ਦਾ ਨੀਂਹ ਪੱਥਰ ਰੱਖਿਆ, ਜੋ ਬਾਬਾ ਸਾਹਿਬ ਨੂੰ ਸਮਰਪਿਤ ਹੈ। 6 ਦਸੰਬਰ ਨੂੰ ਬਾਬਾ ਸਾਹਿਬ 1956 ਸਾਨੂੰ ਅਲਵਿਦਾ ਕਹਿ ਗਏ ਸਨ। ਉਹਨਾਂ ਨੇ ਸੰਵਿਧਾਨ ਦੇ ਵਿੱਚ ਜੋ ਮਹਾਨ ਚੀਜ਼ਾਂ ਸਾਨੂੰ ਦਿੱਤੀਆਂ, ਉਹਨਾਂ ਨੂੰ ਕਿਸ ਤਰ੍ਹਾਂ ਲੈਣਾ ਆ ਔਰ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਇਹਨੂੰ ਪੜ੍ਹਾਉਣਾ ਆ। ਇੱਕ ਤਰ੍ਹਾਂ ਦਾ ਖੋਜ ਦਾ ਕੰਮ ਭਾਰਤੀ ਸੰਵਿਧਾਨ 'ਤੇ ਇੱਥੇ ਹੋਊਗਾ। ਉਹਨਾਂ ਨੇ ਸਾਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਆ ਔਰ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕਰਕੇ
ਇਸ ਭਾਰਤੀ ਸੰਵਿਧਾਨ ਸਟੱਡੀ ਸੈਂਟਰ ਨੂੰ ਬਣਾਉਣ ਵਾਸਤੇ ਸਾਨੂੰ ਜਿਹੜੀ ਜ਼ਮੀਨ ਦਿੱਤੀ ਆ। ਉਹਦੀ ਪੜ੍ਹਾਈ ਲਿਖਾਈ ਵਾਸਤੇ, ਉਹਦੀ ਸਟੱਡੀ ਵਾਸਤੇ ਇਹ ਪੰਜਾਬ ਦਾ ਇੱਕ ਨਵੇਕਲਾ ਜਿਹੜਾ ਹੈਗਾ ਇਹ ਇੱਥੇ ਸੈਂਟਰ ਬਣ ਰਿਹਾ ਹੈ, ਜਿਹਦੇ ਵਿੱਚ ਕੌਂਸਟੀਟਿਊਸ਼ਨ ਦੀ ਸਟੱਡੀ ਕਰਾਈ ਜਾਏਗੀ। ਇਹ ਆਪਣੇ ਆਪ 'ਚ ਇੱਕ ਨਵੇਕਲਾ ਪ੍ਰੋਜੈਕਟ ਹੈ। ਮੈਂ ਮੁਬਾਰਕਬਾਦ ਦਿੰਦਾ ਲੋਡੂਵਾਲ ਦੀ ਪੰਚਾਇਤ ਨੂੰ, ਸਕੂਲ ਦੇ ਪ੍ਰਿੰਸੀਪਲ ਨੂੰ ਤੇ ਸਪੈਸ਼ਲੀ ਸਾਡੇ ਜਿਹੜੇ ਇੱਥੇ ਦੇ ਟੀਚਰ ਨੇ ਮਿਸਟਰ ਦਿਸ਼ਾਵਰ ਤੇ ਬਾਦਸ਼ਾਹ ਨੇ ਇਹ ਜਿਹੜਾ ਮਤਲਬ ਕਿ ਇਸ ਨੂੰ ਪਲਾਨ ਕੀਤਾ। ਇਹ ਆਪਣੇ ਆਪ 'ਚ ਇੱਕ ਅਨੋਖਾ ਪ੍ਰੋਜੈਕਟ ਹੈ। ਇਹ ਮੈਂ ਪਹਿਲੀ ਵਾਰੀ ਵੇਖਿਆ ਕਿ ਇੱਕ ਸੈਂਟਰ ਬਣ ਰਿਹਾ ਤੇ ਉਹਦੇ ਵਿੱਚ ਕੌਂਸਟੀਟਿਊਸ਼ਨ ਦੀ ਸਟੱਡੀ ਕਰਾਈ ਜਾਏਗੀ। ਇਹ ਬਹੁਤ ਵੱਡੀ ਗੱਲ ਹੈ। ਰਾਏਕੋਟ ਵਿਖੇ ਯੂਥ ਕਾਂਗਰਸ ਤੇ NSUI ਦੇ ਵੱਲੋਂ ਸੀਨੀਅਰ ਯੂਥ ਆਗੂ ਤੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਦੇ ਹੱਕ ਦੇ ਵਿੱਚ ਭਰਵੀਂ ਰੈਲੀ ਦਾ ਆਯੋਜਨ ਕੀਤਾ ਗਿਆ ਤੇ ਇਸ ਰੈਲੀ ਦੇ ਰਾਹੀਂ ਨੌਜਵਾਨਾਂ ਨੇ ਕਾਮਿਲ ਬੋਪਾਰਾਏ ਦੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਤੇ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੋਪਾਰਾਏ ਨੇ ਕਿਹਾ ਕਿ ਉਹਨਾਂ ਤੇ ਉਹਨਾਂ ਦੇ ਪਿਤਾ ਡਾਕਟਰ ਅਮਰ ਸਿੰਘ ਲੋਕ ਸੇਵਾ ਦੇ ਲਈ ਸਿਆਸਤ ਦੇ ਵਿੱਚ ਆਏ ਤੇ ਉਹਨਾਂ ਨੇ ਹਮੇਸ਼ਾ ਹਲਕੇ ਨੂੰ ਆਪਣੇ ਘਰ ਪਰਿਵਾਰ ਦੇ ਵਾਂਗ ਹੀ ਸਮਝਿਆ ਤੇ ਉਹਨਾਂ ਕਿਹਾ ਕਿ ਨੌਜਵਾਨ ਹੀ ਬਦਲਾਵ ਲਿਆਉਂਦੇ ਨੇ, ਜਿਸ ਦੀ ਤਾਜ਼ਾ ਮਿਸਾਲ ਕਿਸਾਨੀ ਸੰਘਰਸ਼ ਤੋਂ ਮਿਲਦੀ ਹੈ ਤੇ ਇਸੇ ਤਰ੍ਹਾਂ ਨੌਜਵਾਨ ਸਿਆਸਤ ਦੇ ਵਿੱਚ ਆ ਕੇ ਬਦਲਾਵ ਲਿਆਉਣ ਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਯੁਵਾ ਸ਼ਕਤੀ ਹੀ ਪੰਜਾਬ ਦੇ ਵਿੱਚ ਸੁਧਾਰ ਲਿਆ ਸਕਦੀ ਹੈ। ਦੇਖੋ ਜੀ, ਅੱਜ ਇੱਥੇ ਸਾਡੇ ਰਾਏਕੋਟ 'ਚ ਬਲੈਸਿੰਗ ਰਿਜ਼ੋਰਟ 'ਚ ਸਾਡੇ ਯੂਥ ਕਾਂਗਰਸ ਔਰ NSUI ਨੇ ਇੱਕ ਬਹੁਤ ਵੱਡੀ ਯੂਥ ਰੈਲੀ ਰੱਖੀ ਸੀ। ਤੁਸੀਂ ਖੁਦ ਦੇਖਿਆ ਹੋਊਗਾ, ਹਜ਼ਾਰਾਂ ਦੀ ਗਿਣਤੀ 'ਚ ਇੱਥੇ ਸਾਡੇ ਨੌਜਵਾਨ ਸਾਥੀ ਪਹੁੰਚੇ ਨੇ। ਅੱਜ ਦਾ ਜਿਹੜਾ ਮੇਨ ਫੰਕਸ਼ਨ ਸੀ ਸਾਡੀ ਇਹ ਯੂਥ ਰੈਲੀ ਸੀ, ਯੂਥ ਸਨਮਾਨ ਸਮਾਰੋਹ ਸੀ ਸਾਡਾ। ਔਰ ਸਾਡੇ NSUI ਦੇ 3 ਨਵੇਂ ਸਾਡੇ ਅਹੁਦੇਦਾਰ ਸਾਹਿਬ, ਸਾਡੇ ਜਗਦੇਵ ਸਿੰਘ ਜੀ, ਸਾਡੇ ਗੁਰਪ੍ਰੀਤ ਸਿੰਘ ਜੀ ਔਰ ਸਾਡੇ ਈਸ਼ਵਰ ਜੀ ਨੂੰ, ਜਿਹੜੇ ਸਾਡੀ ਸਟੇਟ ਲੀਡਰਸ਼ਿਪ ਨੇ ਉਹਨਾਂ ਨੂੰ NSUI ਦਾ ਪ੍ਰਧਾਨ ਔਰ ਦੋਨਾਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ। ਉਹਦੇ ਲਈ ਅੱਜ ਇਹ ਫੰਕਸ਼ਨ ਇੱਥੇ ਕੀਤਾ ਗਿਆ ਹੈ। ਸਾਡੇ ਹਲਕੇ ਦੇ ਵਿੱਚ ਡਾਕਟਰ ਅਮਰ ਸਿੰਘ ਜੀ ਬਹੁਤ ਵਧੀਆ ਕੰਮ ਕਰਾਏ ਨੇ। ਕਾਮਲ ਬਾਈ ਦੇ ਹੱਕ ਲਈ ਅਸੀਂ ਸਾਰਾ ਇਕੱਠ ਕੀਤਾ ਸੀਗਾ ਜੀ ਤੇ ਅਗਲਾ MLA ਅਸੀਂ ਕਮਲ ਬਾਈ ਨੂੰ ਭਾਲਦੇ ਹਾਂ ਜੀ। ਕਿਵੇਂ ਨੌਜਵਾਨਾਂ ਦਾ ਹੰਗਾਰਾ ਮਿਲਿਆ? ਬਹੁਤ ਜੀ, ਭਰਮਾ ਹੰਗਾਰਾ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੌਜਵਾਨਾਂ ਨੂੰ? ਕੀ ਤੁਸੀਂ ਪ੍ਰਯੋਗ ਦੇ ਆਗੂ ਹੋ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਵੀ ਆਪਣੇ ਜੋ ਲੀਡਰ ਨੇ ਬਹੁਤ ਵਧੀਆ ਨੇ, ਇਹਨਾਂ ਦੇ ਨਾਲ ਪੂਰਾ ਸਪੋਰਟ ਕਰੋ, ਮੋਢੇ ਨਾਲ ਮੋਢਾ ਹਰ ਵਕਤ 24 ਘੰਟੇ ਆਪਣੀ ਮਦਦ ਕਰਦੇ ਨੇ। ਜਗਰਾਉਂ ਵਿਖੇ ਪੰਜਾਬੀ ਅਦਾਕਾਰ ਸਤਨਾਮ ਸਿੰਘ ਧਾਲੀਵਾਲ ਦੇ ਵੱਲੋਂ ਨਵੇਨ ਵੈਂਚਰ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਉਹਨਾਂ ਦੇ ਵੱਲੋਂ ਮਹਿਲਾਵਾਂ ਦੇ ਲਈ ਸ਼ੀ ਬਿਊਟੀ ਬਾਰ ਐਂਡ ਸੈਲੂਨ ਤੇ ਇਸ ਨਾਲ ਲੇਡੀਜ਼ ਜਿਮ ਖੋਲਿਆ ਗਿਆ। ਸਤਨਾਮ ਸਿੰਘ ਨੇ ਪੱਤਰਕਾਰਾਂ ਦੇ ਨਾਲ ਰੂਬਰੂ ਹੁੰਦਿਆਂ ਦੱਸਿਆ ਕਿ ਜਗਰਾਉਂ ਦੇ ਵਿੱਚ ਮਹਿਲਾਵਾਂ ਦੇ ਲਈ ਕੋਈ ਵੀ ਚੰਗਾ ਲੇਡੀਜ਼ ਜਿਮ ਤੇ ਸੈਲੂਨ ਨਹੀਂ ਸੀ, ਜਿਸ ਕਾਰਨ ਮਹਿਲਾਵਾਂ ਨੂੰ ਸਹੂਲਤ ਦੇ ਲਈ ਮੋਗਾ ਤੇ ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ, ਪਰ ਹੁਣ ਉਹਨਾਂ ਨੂੰ ਇਹ ਸਹੂਲਤ ਜਗਰਾਉਂ ਦੇ ਵਿੱਚ ਹੀ ਮਿਲੇਗੀ। ਅਸੀਂ ਅੱਜ ਚੀਜ਼ ਬਿਊਟੀ ਬਾਰ ਦੀ ਓਪਨਿੰਗ ਕੀਤੀ ਹੈ। ਇਹ ਟੋਟਲੀ ਫੀਮੇਲ ਪੁਆਇੰਟ ਹੈ, ਜਿਹਦੇ ਵਿੱਚ ਫਿਟਨੈਸ ਦਾ, ਬਿਊਟੀ ਦਾ ਸਾਰੀ ਸਹੂਲਤ ਅਸੀਂ ਦਿੱਤੀ ਹੈ ਲੇਡੀਜ਼ ਨੂੰ। ਜਿੱਦਾਂ ਜਗਰਾਉਂ ਸਾਡੇ ਇਲਾਕੇ ਦੇ ਅਕੋਰਡਿੰਗ ਜਿੱਦਾਂ ਯੂਨੀਸੈਕਸ ਸਲੂਨ ਜਾਂ ਜਿਮ ਇੱਥੇ ਇੰਨੇ ਨਹੀਂ ਕੰਫਰਟੇਬਲ ਲੱਗਦੇ, ਇਸ ਲਈ ਅਸੀਂ ਇਕੱਲਾ ਜਿਹੜਾ ਹੈਗਾ ਫੀਮੇਲ ਪੁਆਇੰਟ ਦਾ ਰੱਖਿਆ ਚੀਜ਼ ਬਿਊਟੀ ਬਾਰ। ਤੁਸੀਂ ਇੱਕ ਵਾਰ ਆਓ, ਜ਼ਰੂਰ ਵਿਜ਼ਿਟ ਕਰੋ। ਤੁਸੀਂ ਰੇਟ ਵੀ ਜਾਇਜ਼ ਹੀ ਰੱਖਿਆ? ਹਾਂਜੀ, ਅਸੀਂ ਬਿਲਕੁਲ ਜੈਨੂਇਨ ਰੇਟਸ ਰੱਖੇ ਆ। ਆਪਣੇ ਇਲਾਕੇ ਦੇ ਅਕੋਰਡਿੰਗ ਲੋਕਾਂ ਦੀ ਪਹੁੰਚ ਦੇ ਮੁਤਾਬਕ ਹੀ ਅਸੀਂ ਸਾਰੇ ਰੇਟਸ ਰੱਖਣੇ ਆਪਣੇ। ਹੋਰ ਕੀ ਕਹਿਣਾ ਚਾਹੁੰਦੇ? ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਡੇ ਚੀਜ਼ ਬਿਊਟੀ ਬਾਰ ਜਗਰਾਉਂ। ਥੈਂਕ ਯੂ। ਇਹ ਤਾਂ ਜੀ ਬਹੁਤ ਵਧੀਆ ਉਪਰਾਲਾ ਮਤਲਬ ਇਹਨਾਂ ਨੇ। ਚਲੋ ਪਹਿਲਾਂ ਤਾਂ ਕਲੋਨੀ ਸਾਡੇ ਬਹੁਤ ਸਮੇਂ ਅਨੁਸਾਰ ਇੱਥੇ ਬਣੀ ਆ, ਕਿਉਂਕਿ ਇਧਰਲੇ ਪਾਸੇ ਕੋਈ ਐਡੀ ਵਧੀਆ ਕਲੋਨੀ ਰਿਹਾਇਸ਼ੀ ਇਲਾਕਾ ਨਹੀਂ ਸੀਗਾ, ਕਿਉਂਕਿ ਪਹਿਲਾਂ ਕਮੇਟੀ ਦਾ ਇੱਥੇ ਬੜਾ ਸੀਗਾ ਡੰਪ ਵਗੈਰਾ ਜਾਂ ਪਾਣੀ ਦਾ, ਉਹ ਸਾਰਾ ਕੁਝ ਸੁਧਾਰ ਕੇ ਇਹਨਾਂ ਨੇ ਗਿੱਲ ਸਾਹਿਬ ਦੀ ਯਾਦ ਦੇ ਵਿੱਚ ਇੱਕ ਕਲੋਨੀ ਬਣਾਈ ਪਰਿਵਾਰ ਨੇ, ਔਰ ਜਿਹੜਾ ਕਿ ਬੜਾ ਵਧੀਆ ਉਪਰਾਲਾ ਇਹ, ਔਰ ਰਿਹਾਇਸ਼ ਦੇ ਲਈ ਬੜਾ ਖੁੱਲ੍ਹਾ ਡੁੱਲਾ ਪਾਰਕ ਸੜਕਾਂ ਦੇ ਵਿੱਚ ਰੱਖ ਕੇ ਇਹ ਜਿਹੜੇ ਹੁਣ ਜਿਮ ਬਣੀ ਆ, ਇਹ ਸਾਰਿਆਂ ਲਈ, ਬਾਹਰ ਵਾਲਿਆਂ ਲਈ ਵੀ ਤੇ ਕਲੋਨੀ ਵਾਸੀਆਂ ਲਈ ਵੀ ਇੱਕ ਸਿਹਤ ਦਾ, ਕਿਉਂਕਿ ਅੱਜ ਕੱਲ੍ਹ ਜ਼ਿਆਦਾ ਦਿੱਕਤਾਂ ਸਿਹਤ ਦੀਆਂ ਆ ਰਹੀਆਂ ਨੇ ਲੋਕਾਂ ਨੂੰ, ਬਹੁਤ ਜ਼ਿਆਦਾ ਖਾਣ ਪੀਣ ਇਹੋ ਜਿਹਾ ਹੋਇਆ ਜਿਹਦੇ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ। ਪਰ ਇਹ ਜਿਮ ਦਾ ਬਹੁਤ ਵਧੀਆ ਚੀਜ਼ ਰਹੂਗੀ। ਇਹ ਹਰ ਇੱਕ ਬੰਦਾ ਆਪਦਾ ਸਮੇਂ ਅਨੁਸਾਰ ਇੱਥੇ ਸੈਰ ਕਰਨ ਲਈ ਪਾਰਕ ਦੇ ਵਿੱਚ
ਫਿਰ ਆਪਦੀ ਬਾਡੀ ਦੀ ਐਕਸਰਸਾਈਜ਼ ਕਰ ਸਕਦਾ। ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਭਵਾਤਸ ਦੇ ਵੱਲੋਂ ਕੈਲਾਸ਼ ਸਿਨੇਮਾ ਚੌਂਕ ਨਜ਼ਦੀਕ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੀ ਅਗਵਾਈ ਭਵਾਤਸ ਆਗੂ ਅਸ਼ਵਨੀ ਸਹੋਤਾ ਦੇ ਵੱਲੋਂ ਕੀਤੀ ਗਈ ਤੇ ਮੌਕੇ ਤੇ ਮੌਜੂਦ ਸੰਸਥਾ ਦੇ ਮੈਂਬਰਾਂ ਦੇ ਵੱਲੋਂ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਮੌਕੇ ਤੇ ਬੋਲਦਿਆਂ ਅਸ਼ਵਨੀ ਸਹੋਤਾ ਨੇ ਦੱਸਿਆ ਕਿ ਬਾਬਾ ਸਾਹਿਬ ਦਾ ਰਾਜਨੀਤੀ, ਧਰਮ, ਸਮਾਜਿਕ ਸੁਧਾਰ ਤੇ ਰਾਸ਼ਟਰ ਨਿਰਮਾਣ ਦੇ ਵਿੱਚ ਅਹਿਮ ਯੋਗਦਾਨ ਹੈ ਤੇ ਉਹਨਾਂ ਕਿਹਾ ਕਿ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਦਿੱਤੇ ਗਏ ਮੂਲ ਹੱਕਾਂ ਪ੍ਰਤੀ ਜਾਗਰੂਕ ਰਹੀਏ। ਇਹੀ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ। ਭਾਰਤੀ ਵਾਲਮੀਕੀ ਧਰਮ ਸਮਾਜ ਰਜਿਸਟਰ ਭਵਾਤਸ ਵੱਲੋਂ ਅੱਜ ਵਿਸ਼ਵ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ, ਭਾਰਤੀਆਂ ਦੇ ਮਸੀਹਾ, ਯੁੱਗ ਪੁਰਸ਼, ਨਾਰੀ ਅਧਿਕਾਰਾਂ ਦੇ ਰਕਸ਼ਕ ਬਾਬਾ ਸਾਹਿਬ ਅੰਬੇਦਕਰ ਜੀ ਦਾ ਪ੍ਰੀ ਨਿਰਮਾਣ ਦਿਵਸ ਪੂਰੀ ਸ਼ਰਧਾ ਦੇ ਨਾਲ ਸ਼ਰਧਾਂਜਲੀ ਸਮਾਰੋਹ ਕਰਕੇ ਕਪੂਰਥਲਾ ਸਿਵਲ ਲਾਈਨ ਵਿਖੇ ਮਨਾਇਆ ਗਿਆ, ਜਿਹਦੇ ਵਿੱਚ ਭਵਾਤਸ ਸੰਗਠਨ ਦੇ ਜਿਹੜੇ ਪ੍ਰਮੁੱਖ ਪਦਾਧਿਕਾਰੀ ਵੀਰ ਤੇ ਵਿਰਾਂਗਨਾ ਸ਼ਾਮਲ ਹੋਏ। ਅੱਜ ਸਾਰਿਆਂ ਨੇ ਇੱਥੇ ਡਾਕਟਰ ਅੰਬੇਦਕਰ ਸਾਹਿਬ ਦੇ ਜੀਵਨ ਤੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਅਤੇ ਉਹਨਾਂ ਵਿਚਾਰਾਂ ਦੇ ਤਹਿਤ ਅੱਜ ਸਾਰਿਆਂ ਨੇ ਜਿਹੜਾ ਵਾ ਪ੍ਰਣ ਕੀਤਾ ਕਿ ਡਾਕਟਰ ਅੰਬੇਦਕਰ ਸਾਹਿਬ ਨੇ ਜੋ ਸਾਨੂੰ ਅਧਿਕਾਰ ਦਿੱਤੇ ਨੇ ਉਹਦੀ ਰੱਖਿਆ ਦੇ ਲਈ ਜਿਹੜੇ ਅੱਜ ਕੁਝ ਲੋਕ ਉਹ ਸੰਵਿਧਾਨ ਬਦਲਣ ਦੀ ਗੱਲ ਕਰਦੇ ਆ ਜਾਂ ਕੁਝ ਲੋਕ ਉਹਦੇ ਵਿੱਚ ਸੋਧਾ ਕਰਨ ਦੀ ਗੱਲ ਕਰਦੇ ਨੇ ਤੇ ਸਮਾਜ ਨੂੰ ਜਿਹੜਾ ਜਾਗਰੂਕ ਕਰਨਾ ਚਾਹੀਦਾ ਵਾ। ਜਦੋਂ ਵੀ ਕਦੇ ਭਾਰਤ ਦੇ ਦੇਸ਼ ਦੇ ਸੰਵਿਧਾਨ ਦੇ ਨਾਲ ਛੇੜਛਾੜ ਕੀਤੀ ਜਾਵੇ ਤਾਂ ਸਾਨੂੰ ਇਮੀਡੀਏਟ ਐਕਸ਼ਨ ਕਰਕੇ ਸਾਨੂੰ ਜਿਹੜਾ ਵਾ ਉਹਦਾ ਵਿਰੋਧ ਕਰਨਾ ਚਾਹੀਦਾ ਵਾ। ਧੰਨਵਾਦ। ਜੈ ਵਾਲਮੀਕੀ। ਬਾਬਾ ਸਾਹਿਬ B.R. ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਦਲਿਤ ਵਿਕਾਸ ਬੋਰਡ ਦੇ ਵੱਲੋਂ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਤੇ ਇਸ ਮੌਕੇ ਅਨੁਸੂਚਿਤ ਜਾਤੀ ਦੇ ਨਾਲ ਸੰਬੰਧਿਤ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਇਸ ਮੌਕੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਸਮਿਆ ਸਿੰਘ ਬਿਰਲਾ ਨੇ ਬਾਬਾ ਸਾਹਿਬ ਦੀ ਜੀਵਨੀ ਤੇ ਜਿੱਥੇ ਪ੍ਰਕਾਸ਼ ਪਾਇਆ ਉੱਥੇ ਹੀ ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ। ਇਹ ਭਾਰਤ ਰਤਨ ਡਾਕਟਰ ਭੀਮਰਾਓ ਅੰਬੇਡਕਰ ਬਾਬਾ ਸਾਹਿਬ ਦਾ 66ਵਾਂ ਮਹਾਪਰੀ ਨਿਰਵਾਣ ਦਿਵਸ ਮਨਾ ਰਹੇ ਹਾਂ। ਕੀ ਕਹਿਣਾ ਚਾਹੋਗੇ? ਮੈਂ ਇਸ ਸ਼ੁਭ ਅਵਸਰ ਤੇ ਕੋਈ ਗੱਲ ਕਹਿਣੀ ਚਾਹਾਂਗਾ ਕਿ ਬਾਬਾ ਸਾਹਿਬ ਦਾ ਜਿਹੜਾ ਜੀਵਨ ਹੈ ਉਹ ਬਹੁਤ ਹੀ ਕਠਿਨਾਈਆਂ ਦੇ ਨਾਲ ਗੁਜ਼ਰਿਆ। ਉਹਨਾਂ ਨੇ ਬੜੀ ਔਕੜਾਂ ਸਹਿੰਦੇ ਹੋਏ ਫਿਰ ਵੀ ਉੱਚ ਸਿੱਖਿਆ ਪ੍ਰਾਪਤ ਕੀਤੀ ਹੈ ਤੇ ਮੈਂ ਅੱਜ ਇੱਕ ਗੱਲ ਹੋਰ ਦੱਸਣੀ ਚਾਹਾਂਗਾ, ਜਿਹੜਾ ਅੱਜ ਪੰਜਾਬ ਦੇ ਵਿੱਚ ਸਾਡਾ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣਿਆ ਉਹ ਵੀ ਬਾਬਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਿਕ, ਨਹੀਂ ਤੇ ਦਲਿਤ ਤੇ ਨਾਰੀ ਮਾਨਵਤਾ ਨੂੰ ਇੱਥੇ ਕੁਚਲਿਆ ਜਾ ਰਿਹਾ ਸੀ। ਜਦੋਂ ਬਾਬਾ ਸਾਹਿਬ ਨੇ ਇਸ ਸੰਵਿਧਾਨ ਦੇ ਵਿੱਚ ਸਭ ਨੂੰ ਬਰਾਬਰ ਦਾ ਹੱਕ ਦਿੱਤਾ, ਇੱਕ ਪਾਸੇ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ, ਇੱਕ ਪਾਸੇ ਭਾਰਤ ਦੇ ਜਿਹੜੇ 80% ਲੋਕ ਨੇ ਉਹ ਮਨੂਵਾਦ ਦੇ ਗੁਲਾਮ ਸੀ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਬਾਬਾ ਸਾਹਿਬ ਨੇ ਜੋ ਵੀ ਕੀਤਾ ਸਾਡੇ ਲਈ ਬਹੁਤ ਵਧੀਆ ਕੀਤਾ। ਸਾਡੇ ਅੱਜ ਤੋਂ ਪਹਿਲਾਂ ਸਾਡੀ ਜੋ ਮਹਿਲਾਵਾਂ ਦੀ ਸਥਿਤੀ ਸੀ ਬਹੁਤ ਹੀ ਜ਼ਿਆਦਾ ਗੰਭੀਰ ਸੀ, ਉਹਨਾਂ ਨੂੰ ਇਨਸਾਨ ਤਾਂ ਮੰਨਿਆ ਹੀ ਨਹੀਂ ਜਾਂਦਾ ਸੀ, ਜਾਨਵਰ ਹੀ ਮੰਨਦੇ ਸੀ ਤੇ ਜਦੋਂ ਤੋਂ ਬਾਬਾ ਸਾਹਿਬ ਨੇ ਸਾਡੇ ਲਈ ਸੰਵਿਧਾਨ ਲਿਖਿਆ, ਸਾਨੂੰ ਸਾਡੇ ਹੱਕ ਦਿਵਾਇਆ, ਅੱਜ ਤੁਸੀਂ ਦੇਖ ਰਹੇ ਹੋ ਸਾਰੀ ਮਹਿਲਾਵਾਂ ਤਰੱਕੀ ਕਰ ਰਹੀਆਂ ਨੇ, ਪੋਲੀਟੀਸ਼ਨ 'ਚ ਵੀ ਉਤਰ ਰਹੀਆਂ ਨੇ। ਅੱਜ ਦੇ ਦਿਨ ਬਾਬਾ ਜੀ ਨੇ ਸੰਵਿਧਾਨ ਪੇਸ਼ ਕੀਤਾ, ਉਹਦੇ ਵਾਸਤੇ ਪੰਜਾਬ ਵਾਸੀਆਂ ਨੂੰ, ਹਿੰਦੁਸਤਾਨ ਵਾਸੀਆਂ ਨੂੰ ਔਰ ਸਾਰੀ ਜਨਤਾ ਨੂੰ ਲੱਖ ਲੱਖ ਵਧਾਈ। ਔਰ ਮੈਂ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਸੰਵਿਧਾਨ ਸੇ ਪਹਿਰਾ ਦਿਓ ਤੇ ਆਪਣੀ ਕੌਮ ਬਚਾਓ। ਧੰਨਵਾਦ। ਪ੍ਰੋਗਰਾਮ ਕਰਾ ਰਹੇ ਜੀ, ਅੱਜ ਦੇ ਦਿਨ ਬਾਬਾ ਜੀ ਨੇ ਸੰਵਿਧਾਨ ਪੇਸ਼ ਕੀਤਾ ਜੀ, ਇਹ ਉਹਦੇ ਵਾਸਤੇ ਬਣਾ ਰਹੇ ਜੀ। ਇਹ ਕਹਿਣਾ ਚਾਹਾਂਗਾ ਕਿ ਬਾਬਾ ਜੀ ਦੇ ਸੰਵਿਧਾਨ ਤੇ ਲਿਖ ਕੇ ਪਹਿਰਾ ਦਿਓ ਔਰ ਠੋਕ ਕੇ ਦਿਨਾਂ ਪਹਿਰਾ ਦਿਓ ਔਰ ਬਾਬਾ ਜੀ ਦੇ ਸੰਵਿਧਾਨ ਤੇ ਕਰ ਚੱਲੋ। 1971 ਦੀ ਭਾਰਤ-ਪਾਕ ਜੰਗ ਦੇ ਦੌਰਾਨ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸਮਰਪਿਤ ਕੁੰਦਨ ਵਿਦਿਆ ਮੰਦਿਰ ਵਿਖੇ ਵਿਜੇ ਸ਼੍ਰਿੰਖਲਾ ਦਿਵਸ ਮਨਾਇਆ ਗਿਆ, ਜਿਸ ਦਾ ਆਯੋਜਨ 3 PB ਗਰਲਜ਼ ਬਟਾਲੀਅਨ ਦੇ ਵੱਲੋਂ NCCGP HQ ਲੁਧਿਆਣਾ ਦੇ ਸਹਿਯੋਗ ਦੇ ਨਾਲ ਕੀਤਾ ਗਿਆ, ਜਿਸ ਦੇ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ NCC ਲੁਧਿਆਣਾ ਦੀਆਂ ਵੱਖ-ਵੱਖ ਯੂਨਿਟਾਂ ਦੇ ਕਮਾਂਡਿੰਗ ਅਫਸਰਾਂ ਤੇ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ 200 ਕੈਡੇਟਸ ਨੇ ਭਾਗ ਲਿਆ ਤੇ ਇਸ ਮੌਕੇ ਸ਼ਹੀਦ SK ਪਾਠਕ ਦੇ ਭਰਾ ਸੁਰੇਸ਼ ਕੁਮਾਰ ਪਾਠਕ ਤੇ ਸ਼ਹੀਦ ਹਰਨੇਕ ਸਿੰਘ ਦੇ ਭਤੀਜੇ ਤਲਵਿੰਦਰ ਸਿੰਘ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਕੀ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਬਹਾਦਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ NCC ਕੈਡੇਟਾਂ ਦੇ ਵੱਲੋਂ ਦੇਸ਼ ਭਗਤੀ ਦੀਆਂ पेशकारियां भी दी गई। देखिए, ये जो आज का प्रोग्राम था ये 1971 वॉर जो हमारी हुई थी उसको 50 साल पूरे हो गए हैं, तो उसी को ही मनाने के लिए जो हमारी उसमें विजय हुई थी तो ये विजय श्रृंखला दिवस हमने मनाया। और इसमें जो मेन था जो हमारे शहीद हुए थे 1971 वॉर में,
जो हमारे लुधियाना डिस्ट्रिक्ट के 2 शहीद थे उनके परिवार वालों को हमने यहाँ पे बुलाया था और हमने उनको सम्मानित किया। देखिए बहुत ही अच्छा लग रहा है, सुरेश कुमार जी और तलविंदर जी ने समय निकाला और यहाँ पे आए, जो कि हमारे शहीद SK पाठक और शहीद हरनेक सिंह जी के परिवारजन थे। वो यहाँ पे आए, उन्होंने अपना समय दिया और हमें बहुत अच्छा लगा कि हम कुछ कर पाए उनके लिए, जो यहाँ से चले गए, जिनकी जो शहीद हुए हमारे देश के लिए। उन्हें सम्मानित किया गया और इस कार्यक्रम का शुभारंभ दीप प्रज्वलन से किया गया और दीप प्रज्वलन के बाद बच्चों ने अपनी प्रस्तुतियाँ प्रस्तुत की, जिसमें कि बच्चों ने ग्रुप सॉन्ग किया और फिर भांगड़ा से कुछ NCC कैडेट्स ने इस कार्यक्रम की शोभा बढ़ाई। एक शहीद की आत्मा कविता NCC कैडेट्स ने पढ़ी, जो सबके हृदय पर एक छाप छोड़ गई और इस कार्यक्रम में इनको सम्मानित करने के साथ साथ हमारे 3 पंजाब गर्ल्स बटालियन के कमांडिंग ऑफिसर कर्नल अमन यादव ने धन्यवाद प्रस्ताव पारित किया और इसी प्रकार कार्यक्रम का समापन हो गया। जान तो पहले एक नजर अहम सुर्खियां दे ਵੱਲ। खन्ना विखे नशा छड्डण वाली दवाई न मिलन ते नौजवानों ने सिविल हस्पताल चलाया धरना। जगराओं विखे भी नौजवानों ने धरना ला के ट्रैफिक किया जाम। नौजवानों ने सेहत विभाग के अमले ते दवाइयां बाहर महंगे भाव ते वेचण दे लाए इल्जाम। सेहत महकमे ने हड़ताल दसिया दवाइयां ना देण दा कारण। ढाई साला बच्ची दिलरोज के कातल नूं फांसी की सज़ा देने की मंग। गुरुद्वारा श्री गऊ घाट साहब तो लैके डिवीजन नंबर 3 तक कढ़िया गया कैंडल मार्च। बच्ची नूं भेंट की गई श्रद्धांजलि। पंजाबी अदाकार सतनाम सिंह धालीवाल की लोकां नूं सौगात। जगराओं विखे महिलावां दे लई खोलिया जिम ते सैलून। कहा औरतां नूं तैयार होण दे लई नहीं किते होर जाण दी लोड़। कुंदन विद्या मंदिर दे विच मनाया गया विजय श्रृंखला दिवस। 1971 जंग दे शहीदां नूं कीता गया याद। शहीदां दे रिश्तेदारां नूं कीता गया सन्मानित। फिलहाल लुधियाना खबरनामा चलना ही। मैनूं दो इजाजत। धन्यवाद।